ਅੱਜ ਪੂਰੀ ਦੁਨੀਆ ਵਿੱਚ ਸੰਮਿਲਿਤ ਤੌਰ ਤੇ ਜਲਵਾਯੂ ਤਬਦੀਲੀ ਦੇ ਪ੍ਰਭਾਵ ਨੂੰ ਉਲਟਾਉਣ ਦਾ ਯਤਨ ਹੋ ਰਿਹਾ ਹੈ। ਇਸ ਗਲੋਬਲ ਪਹਿਲ ਦਾ ਹਿੱਸਾ ਹੋਣ ਦੇ ਨਾਤੇ ਭਾਰਤ ਸਰਕਾਰ ਨੇ ਵੀ ਜਲਵਾਯੂ ਤਬਦੀਲੀ ਲਈ ਰਾਸ਼ਟਰੀ ਕਾਰਜ ਯੋਜਨਾ ਦੀ ਸ਼ੁਰੂਆਤ ਕੀਤੀ। ਊਰਜਾ ਕੁਸ਼ਲਤਾ ਵਧਾਉਣ ਲਈ ਰਾਸ਼ਟਰੀ ਮਿਸ਼ਨ ਉਸੇ ਕਾਰਜ ਯੋਜਨਾ ਦਾ ਹਿੱਸਾ ਹੈ ਜਿਸ ਨੂੰ ਊਰਜਾ ਮੰਤਰਾਲਾ ਅਤੇ ਊਰਜਾ ਕੁਸ਼ਲਤਾ ਬਿਊਰੋ ਨੇ ਲਾਗੂ ਕੀਤਾ। ਇਸ ਦੀ ਇੱਕ ਪ੍ਰਮੁੱਖ ਪਹਿਲ ਕਦਮੀ ਹੈ ਪ੍ਰਦਰਸ਼ਨ, ਪ੍ਰਾਪਤੀ ਅਤੇ ਵਪਾਰ ਜਾਂ ਪੈਟ, ਜਿਸ ਨੂੰ ਊਰਜਾ ਵਾਲੇ ਉਦਯੋਗਾਂ ਦੀ ਊਰਜਾ ਕੁਸ਼ਲਤਾ ਵਿੱਚ ਸੁਧਾਰ ਕਰਨ ਲਈ ਡਿਜ਼ਾਈਨ ਕੀਤਾ ਗਿਆ ਹੈ। ਇਸ ਸਕੀਮ ਦੇ ਤਹਿਤ ਨਿਰਧਾਰਤ ਉਦਯੋਗ ਸੈਕਟਰਾਂ ਨੂੰ ਰੈਟਰੋਫਿਟਿੰਗ ਅਤੇ ਆਧੁਨਿਕੀਕਰਨ ਦੁਆਰਾ ਊਰਜਾ ਕੁਸ਼ਲਤਾ ਵਿੱਚ ਸੁਧਾਰ ਕਰਨ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ ਅਤੇ ਜੇਕਰ ਉਹ ਊਰਜਾ ਵਿੱਚ ਕਮੀ ਦਾ ਬਿਹਤਰ ਟੀਚਾ ਨਿਰਧਾਰਤ ਕਰਦੇ ਹਨ ਤਾਂ ਉਹਨਾਂ ਨੂੰ ਵਪਾਰਯੋਗ ਊਰਜਾ ਬਚਤ ਪ੍ਰਮਾਣ ਪੱਤਰ ਜਾਂ ES ਮਿਲਦਾ ਹੈ ਤਾਂ ਜੋ ਉਹ ਟੀਚੇ ਪ੍ਰਾਪਤ ਨਾ ਕਰ ਪਾਉਣ ਵਾਲੀ ਇਕਾਈਆਂ ਦਾ ਪਤਾ ਲਗਾ ਸਕਣ ਅਤੇ ਉਹਨਾਂ ਤੇ ਜੁਰਮਾਨਾ ਲਗਾਉਣ ਦੀ ਬਜਾਏ ਉਹਨਾਂ ਨੂੰ ਟੀਚਾ ਪ੍ਰਾਪਤ ਕਰਨ ਦਾ ਮੌਕਾ ਦੇ ਸਕਣ। Under PAT, fertilizer sector has managed to ਅਧੀਨ ਖਾਦ ਖੇਤਰ ਇਸ ਖੇਤਰ ਦੁਆਰਾ ਖਪਤ ਕੀਤੀ ਗਈ ਊਰਜਾ ਦਾ 95% ਤੋਂ ਵੱਧ ਕਾਰਜ ਕਰਨ ਵਿੱਚ ਸਫਲ ਰਿਹਾ ਹੈ। ਇਹਨਾਂ ਵਿੱਚੋਂ ਲਗਭਗ 99% ਨੂੰ ਊਰਜਾ ਆਧਾਰਿਤ ਫੀਡ ਸਟਾਕ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ, ਜਿਸ ਨਾਲ 1.2 ਮਿਲੀਅਨ ਟਨ ਤੱਕ ਕਾਰਬਨ ਡਾਈਆਕਸਾਈਡ ਦੇ ਨਿਕਾਸ ਵਿੱਚ ਕਮੀ ਲਿਆਉਣ ਵਿੱਚ ਮਦਦ ਮਿਲੀ ਹੈ। ਸਕੀਮ ਦੇ ਅਧੀਨ ਆਉਣ ਵਾਲੇ 13 ਸੈਕਟਰ ਹਨ: ਐਲੂਮੀਨੀਅਮ, ਸੀਮੈਂਟ, ਕਲੋਰ ਐਲਕਲੀ, ਖਾਦ, ਆਇਰਨ ਅਤੇ ਸਟੀਲ, ਕਾਗਜ਼ ਅਤੇ ਮਿੱਝ, ਥਰਮਲ ਪਾਵਰ ਪਲਾਂਟ, ਟੈਕਸਟਾਈਲ, ਡਿਸਕੌਮ, ਰੇਲਵੇ, ਪੈਟਰੋਲੀਅਮ ਰਿਫਾਈਨਰੀ, ਵਪਾਰਕ ਇਮਾਰਤਾਂ, ਹੋਟਲ ਅਤੇ ਪੈਟਰੋਕੈਮੀਕਲ। ਖਾਦ ਨਿਰਮਾਣ ਉਦਯੋਗ ਪੈਟ ਯੋਜਨਾ ਦੇ ਅਧੀਨ ਆਉਣ ਵਾਲੇ ਪ੍ਰਮੁੱਖ ਖੇਤਰਾਂ ਵਿੱਚੋਂ ਇੱਕ ਹੈ। ਦੁਨੀਆ ਦਾ ਤੀਜਾ ਸਭ ਤੋਂ ਵੱਡਾ ਉਤਪਾਦਕ ਦੇਸ਼ ਹੋਣ ਦੇ ਨਾਤੇ ਭਾਰਤ ਵਿਸ਼ਵ ਦੇ ਉਤਪਾਦਨ ਵਿੱਚ ਲਗਭਗ 15% ਯੋਗਦਾਨ ਪਾਉਂਦਾ ਹੈ। ਸਾਲ 2015-16 ਵਿੱਚ ਭਾਰਤ ਨੇ 36 ਮਿਲੀਅਨ ਟਨ ਤੋਂ ਵੱਧ ਖਾਦਾਂ ਦਾ ਉਤਪਾਦਨ ਕੀਤਾ ਸੀ। ਇੱਕ ਖੇਤਰ ਜਿਸ ਦੇ 29 ਮਨੋਨੀਤ ਖਪਤਕਾਰ ਹਨ, ਉਸ ਨੂੰ ਪਹਿਲੇ ਚੱਕਰ ਵਿੱਚ 0.478 ਮਿਲੀਅਨ ਟਨ ਤੇਲ ਦੇ ਬਰਾਬਰ ਜਾਂ TOE ਊਰਜਾ ਖਪਤ ਨੂੰ ਘਟਾਉਣ ਦਾ ਟੀਚਾ ਦਿੱਤਾ ਗਿਆ ਸੀ। ਇਸ ਖੇਤਰ ਨੇ 0.78 ਮਿਲੀਅਨ ਟਨ ਤੇਲ ਦੇ ਬਰਾਬਰ ਊਰਜਾ ਦੀ ਬਚਤ ਕਰਦਿਆਂ ਹੋਇਆਂ ਟੀਚੇ ਨਾਲੋਂ 64% ਵੱਧ ਪ੍ਰਾਪਤ ਕੀਤਾ। ਇਸ ਦੇ ਲਈ ਵੱਖ-ਵੱਖ ਊਰਜਾ ਕੁਸ਼ਲਤਾ ਅਤੇ ਸੰਬੰਧਿਤ ਉਪਰਾਲਿਆਂ ਵਿੱਚ 9,100 ਕਰੋੜ ਰੁਪਈਆ ਦਾ ਨਿਵੇਸ਼ ਕੀਤਾ ਗਿਆ ਸੀ। ਪੈਟ ਸਕੀਮ ਦੇ ਤਹਿਤ ਪੁਰਾਣੇ ਆਯੋਗ ਈਂਧਨ ਆਧਾਰਿਤ ਪਲਾਂਟਾਂ ਨੂੰ ਹਟਾਉਣ ਅਤੇ ਉਸ ਦੀ ਥਾਂ ਊਰਜਾ ਕੁਸ਼ਲ ਆਧੁਨਿਕ ਗੈਸ ਆਧਾਰਿਤ ਪਲਾਂਟ ਲਗਾ ਕੇ ਇਹ ਖੇਤਰ ਸਾਰੇ ਖੇਤਰਾਂ ਤੋਂ ਅੱਗੇ ਹੈ। ਇੱਥੇ ਅਮੋਨੀਆ ਦੇ ਉਤਪਾਦਨ ਲਈ ਟੈਕਨੋਲੋਜੀ ਵਿੱਚ ਬਦਲਾਅ ਕਰਕੇ ਉਸ ਨੂੰ ਅਪਣਾਉਣਾ, ਵਧੇਰੇ ਅਮੋਨੀਆ ਕਨਵਰਟਰ ਨਾਲ ਜੁੜੀ ਗਰਮੀ ਰਿਕਵਰੀ, ਵਧੇਰੇ ਕੁਸ਼ਲ ਟੈਕਨੋਲੋਜੀ ਅਤੇ ਉਤਪ੍ਰੇਰਕਾਂ ਦੀ ਵਰਤੋਂ, ਸਿੰਥੈਟਿਕ ਗੈਸਾਂ ਦੀ ਵਾਧੂ ਸ਼ੁੱਧਤਾ, ਕੰਪਰੈਸਰ ਅਤੇ ਟਰਬਾਈਨ ਵਰਗੇ ਘੁਮਾਉਣ ਵਾਲੀਆਂ ਮਸ਼ੀਨਾਂ ਦਾ ਨਵੀਨੀਕਰਨ ਜਾਂ ਉਹਨਾਂ ਨੂੰ ਬਦਲਣਾ, ਬਿਹਤਰ ਤਾਪ ਏਕੀਕਰਨ ਵਰਗੇ ਉਪਾਅ ਕੀਤੇ ਗਏ ਹਨ। ਇੰਨਾ ਹੀ ਨਹੀਂ, ਊਰਜਾ ਕੁਸ਼ਲਤਾ ਵਿੱਚ ਸੁਧਾਰ ਲਈ ਜਿਹੜੇ ਕਦਮ ਚੁੱਕੇ ਗਏ ਹਨ, ਉਹਨਾਂ ਵਿੱਚ ਯੂਰੀਆ ਪਲਾਂਟਾਂ ਵਿੱਚ ਯੂਰੀਆ ਸਟ੍ਰਿਪਰ ਦਾ ਬਾਈ ਮੈਟਲ ਸਟ੍ਰਿਪਰ ਦੇ ਨਾਲ ਬਦਲਣਾ, ਯੂਰੀਆ ਰਿਐਕਟਰ ਵਿੱਚ ਟਰੇ ਦਾ ਉੱਚ ਕੁਸ਼ਲਤਾ ਵਾਲੇ ਟਰੇ ਦੇ ਨਾਲ ਬਦਲਣਾ, ਕਾਰਬਨ ਡਾਈਆਕਸਾਈਡ ਕੰਪਰੈਸਰ ਦਾ ਸਕਸ਼ਨ ਕੂਲਿੰਗ, ਵੈਕਿਊਮ ਇਕਾਗਰਤਾ ਸੈਕਸ਼ਨ ਦੇ ਸਾਹਮਣੇ ਪੂਰਵ ਇਕਾਗਰਤਾ ਦੀ ਸਥਾਪਨਾ, ਉੱਚ ਪਾਵਰ ਯੂਰੀਆ ਹਾਈਡਰੋਲੇਜ਼ਰ ਕਾਰਬਨ ਡਾਈਆਕਸਾਈਡ ਕੰਪਰੈਸਰ ਦਾ ਸਕਸ਼ਨ ਕੂਲਿੰਗ। We converted CO2 removal system ਕਾਰਬਨ ਡਾਈਆਕਸਾਈਡ ਹਟਾਉਣ ਪ੍ਰਣਾਲੀ ਨੂੰ ਜੀਵੀ ਕੁਲ ਆਧਾਰਿਤ ਪ੍ਰਣਾਲੀ ਤੋਂ ਨਵੇਂ ਕੰਪਰੈਸਰ ਹੈਡ ਅਪਸਟ੍ਰੀਮ VAM ਸਕਸ਼ਨ ਚਿਲਿੰਗ ਵਾਲੇ AMBD ਆਧਾਰਿਤ ਪ੍ਰਣਾਲੀ ਵਿੱਚ ਬਦਲਾਅ ਕੀਤਾ ਹੈ। ਸਕਸ਼ਨ ਚਿਲਿੰਗ ਕਾਰਬਨ ਡਾਈਆਕਸਾਈਡ ਗੈਸ ਨੂੰ 20 ਡਿਗਰੀ ਸੈਂਟੀਗ੍ਰੇਡ ਤੋਂ 15 ਡਿਗਰੀ ਸੈਂਟੀਗ੍ਰੇਡ ਤੱਕ ਠੰਡਾ ਕਰ ਦਿੰਦਾ ਹੈ, ਜੋ ਕਿ ਕੰਪਰੈਸਰ ਦੀ ਅੰਤਰ ਪੜਾਅ ਕਾਰਜ ਕੁਸ਼ਲਤਾ ਨੂੰ ਵਧਾ ਦਿੰਦਾ ਹੈ। ਅਸੀਂ ਬਾਇਲਰ ਨੂੰ HTAS ਰਿਐਕਟਰ ਦੇ ਉੱਪਰਲੇ ਪਾਸੇ HP ਸਟੀਮ ਸੁਪਰ ਹੀਟਰ ਵਿੱਚ ਬਦਲ ਦਿੱਤਾ। ਯੂਰੀਆ ਦੀ 0.45 ਮੀਟ੍ਰਿਕ ਟਨ ਦੀ ਯੂਰੀਆ ਊਰਜਾ ਬਚਤ ਨਾਲ ਕੁੱਲ ਨਿਵੇਸ਼ ਦੀ ਲਾਗਤ 700 ਕਰੋੜ ਰੁਪਏ ਸੀ। ਮੁਦਰਾ ਬਚਤ 350 ਕਰੋੜ ਰੁਪਏ ਪ੍ਰਤੀ ਸਾਲ ਤੱਕ ਸੀ। In
यूरिया प्लांट्स ओल्ड BHEL यूरिया कंप्रेसर्स ਪਲਾਂਟਾਂ ਦੇ ਸਾਰੇ BHEL ਕੰਪਰੈਸਰ ਨਵੇਂ ਊਰਜਾ ਕੁਸ਼ਲ ਹਿਤਾਚੀ ਕੰਪਰੈਸਰ ਨਾਲ ਬਦਲ ਦਿੱਤੇ ਗਏ ਹਨ। ਨਾਲ ਹੀ ਅਸੀਂ ਦੋਵੇਂ ਅਮੋਨੀਆ ਆਲਿਆਂ ਦੇ ਸਿੰਥੈਸਿਸ ਗੈਸ ਕੰਪਰੈਸਰ ਵਿੱਚ ਵੀ There are many schemes implemented. ਪਹਿਲੀ ਵਾਰ ਕਈ ਯੋਜਨਾਵਾਂ ਲਾਗੂ ਕੀਤੀਆਂ ਗਈਆਂ। ਉਦਾਹਰਨ ਦੇ ਤੌਰ ਤੇ ਯੂਰੀਆ ਰਿਐਕਟਰ ਕਾਰਬੋਨੇਟ ਪ੍ਰੀਹੀਟਰ, ਅਮੋਨੀਆ ਪ੍ਰੀਹੀਟਰ, ਵੈਕਿਊਮ ਪ੍ਰੀ ਕੰਸੈਂਟਰੇਟਰ ਅਤੇ ਡੀਪ ਹਾਈਡਰੋਲਿਸਿਸ ਉੱਚ ਕੁਸ਼ਲ ਯਾਨੀ ਉੱਚ ਕੁਸ਼ਲ ਟਰੇਸ ਅਤੇ ਨਵੀਨਤਮ ਹੱਲ ਵਜੋਂ ਲਾਗੂ ਕੀਤਾ ਗਿਆ ਹੈ। ਇਹ ਮਿਸ਼ਰਣ ਵਿੱਚ ਦੋਵੇਂ ਕੱਚੇ ਮਾਲ ਨੂੰ ਬਹੁਤ ਹੀ ਪ੍ਰਭਾਵੀ ਤਰੀਕੇ ਨਾਲ ਵਿਵਸਥਿਤ ਕਰਦਾ ਹੈ। ਇਸ ਮਿਸ਼ਰਣ ਤੋਂ ਪੈਦਾ ਹੋਏ ਬੁਲਬੁਲੇ ਬਹੁਤ ਹੀ ਸੂਖਮ ਆਕਾਰ ਦੇ ਹੁੰਦੇ ਹਨ, ਇਸ ਲਈ ਦੋਨੋਂ ਰਿਐਕਟਰਾਂ ਦੇ ਵਿਚਕਾਰਲਾ ਸੰਪਰਕ ਖੇਤਰ ਬਹੁਤ ਉੱਚਾ ਹੁੰਦਾ ਹੈ। ਉਹ ਬਹੁਤ ਜ਼ਿਆਦਾ Thereby it gives more. ਰੂਪਾਂਤਰਣ ਅਤੇ ਬਿਹਤਰ ਕੁਸ਼ਲਤਾ ਪ੍ਰਦਰਸ਼ਿਤ ਕਰਦੇ ਹਨ। ਅਤੇ ਜੇਕਰ ਤੁਸੀਂ ਲਾਭ ਨੂੰ ਧਿਆਨ ਵਿੱਚ ਰੱਖਦੇ ਹੋਏ ਲਾਗੂ ਕੀਤੀ ਹੋਈ ਨਿਵੇਸ਼ ਲਾਗਤ ਨੂੰ ਵੇਖਦੇ ਹੋ ਤਾਂ ਇਹ 10 ਮਹੀਨੇ ਤੋਂ With the ਘੱਟ help ਹੈ। of technology suppliers, various ਟੈਕਨੋਲੋਜੀ ਸਪਲਾਇਰਾਂ ਦੀ ਮਦਦ ਨਾਲ ਵੱਖ-ਵੱਖ ਊਰਜਾ ਬਚਤ ਯੋਜਨਾਵਾਂ ਦੀ ਪਛਾਣ ਕੀਤੀ ਗਈ ਹੈ ਅਤੇ ਅਸੀਂ BEE ਦੀ ਮੰਗ ਨੂੰ ਪੂਰਾ ਕਰਨ ਦੀ ਪ੍ਰਕਿਰਿਆ ਵਿੱਚ ਹਾਂ, ਜੋ ਕਿ ਯੂਰੀਆ ਦੇ ਪ੍ਰਤੀ ਮੀਟ੍ਰਿਕ ਟਨ ਤੋਂ 5.5 ਗੀਗਾ ਕੈਲੋਰੀ ਘੱਟ ਹੈ। ਇਸ ਸਫਲਤਾ ਤੋਂ ਉਤਸ਼ਾਹਿਤ ਹੋ ਕੇ ਊਰਜਾ ਮੰਤਰਾਲਾ ਅਤੇ BEE ਨੇ ਪੈਡ ਚੱਕਰ 2 ਅਤੇ 3 ਵਿੱਚ 8.869 ਮਿਲੀਅਨ ਟਨ ਤੇਲ ਦੇ ਬਰਾਬਰ ਅਤੇ 1.06 ਮਿਲੀਅਨ ਟਨ ਤੇਲ ਦੇ ਬਰਾਬਰ ਤੋਂ ਵੀ ਵੱਧ ਦਾ ਉਤਸ਼ਾਹੀ ਟੀਚਾ ਨਿਰਧਾਰਤ ਕੀਤਾ ਹੈ, ਜਦਕਿ ਇਸ ਯੋਜਨਾ ਵਿੱਚ ਹੋਰ ਵਧੇਰੇ ਖੇਤਰਾਂ ਨੂੰ ਵੀ ਸ਼ਾਮਲ ਕੀਤਾ ਜਾ ਰਿਹਾ ਹੈ। ਊਰਜਾ ਦੀ ਖਪਤ ਨੂੰ ਘੱਟ ਕਰਨ ਦੇ ਪੈਡ ਇੱਕ ਮੁੱਖ ਅਦਾਰਾ ਹੈ ਅਤੇ ਇਸ ਲਈ ਇਹ ਵਾਤਾਵਰਣ ਦੇ ਪ੍ਰਭਾਵ ਨੂੰ ਘੱਟ ਕਰਦਾ ਹੈ ਅਤੇ ਧਰਤੀ ਨੂੰ ਮੁੜ ਸੁਰਜੀਤ ਕਰਨ ਵਿੱਚ ਸਹਾਇਤਾ ਕਰਦਾ ਹੈ, ਕਿਉਂਕਿ ਇਹ ਸਾਡਾ ਇੱਕੋ ਇੱਕ ਘਰ ਹੈ।